हाँ जी, सो सत श्री अकाल, नमस्कार, आदाब एंड वंस अगेन वेलकम टू माय यूट्यूब चैनल। नाम मेरा ही है मोहित रूपल। सो ਅੱਜ ਮੇਰੇ ਨਾਲ ਜਿਹੜੇ ਅੱਜ ਸ਼ਖਸ ਮੌਜੂਦ ਨੇ, ਗੈਸਟ ਨਹੀਂ ਹੈ, ਮੈਂ ਆਪਣੇ ਫਰੈਂਡ ਹੀ ਕਹਾਂਗਾ। ਰੀਜ਼ਨ ਕਿਉਂਕਿ ਮੈਂ ਇਹਨਾਂ ਨਾਲ ਪਿਛਲੇ ਸ਼ਾਇਦ 3 ਸਾਲ ਤੋਂ, ਸ਼ਾਇਦ ਮੈਂ 3-4 ਸਾਲ ਤੋਂ, ਹਨਾ, ਤੇ ਆਪਾਂ ਦੂਜੇ ਨੂੰ ਜਾਣਦੇ ਆ। ਤੇ ਅਗਰ ਮੈਂ ਕਲੇਮ ਕਰਾਂ ਕਿ ਇਹਨਾਂ ਦਾ ਪਹਿਲਾ ਇੰਟਰਵਿਊ ਵੀ ਮੈਂ ਲਿਆ ਸੀ ਤੇ ਸ਼ਾਇਦ ਮੈਂ ਗਲਤ ਨਹੀਂ ਹੋਵਾਂਗਾ। ठीक है, तो रेडियो पे भी काफी सारे इंटरव्यूज ले चुके हैं। मैं दस दवां कि कौन है, वीडियो के थ्रू ही व्हाट आई रोग अवार्ड ਲੋਕਾਂ ਨੂੰ ਦੱਸ ਦਈਏ ਕਿ ਕੌਣ ਨੇ। ਜਿਹਨਾਂ ਦਾ ਨਾਮ ਹੈ ਜੀ ਮੀਨਲ ਵਰਮਾ ਮੈਮ, ਜਿਹੜੇ ਬੇਸਿਕਲੀ ਚੰਡੀਗੜ੍ਹ ਦੇ ਸੀਗੇ, ਵਿਆਹ ਕੇ ਜਲੰਧਰ ਆਏ। ਤੇ ਬੜਾ ਘੱਟ, ਬੜਾ ਰੇਅਰ ਹੁੰਦਾ ਕਿ ਤੁਸੀਂ ਅਗਰ ਕਿਸੇ ਹੋਰ ਸ਼ਹਿਰ 'ਚ ਜਾਓ ਤੇ ਉਸ ਸ਼ਹਿਰ ਦੀ ਹਰ ਚੀਜ਼ ਨੂੰ ਆਪਣਾ ਸਮਝੋ, ਕਿਉਂਕਿ ਮਤਲਬ ਪੂਰੀ ਅਰਥ ਬੇਸਿਕਲੀ ਆਪਣੀ ਹੈ, ਬਟ ਫਿਰ ਵੀ ਉਸ ਸ਼ਹਿਰ ਦੀ ਪ੍ਰੋਬਲਮਸ ਨੂੰ ਆਪਣੀ ਸਮਝ ਕੇ ਮੈਡਮ ਜਿਹੜੇ ਨੇ, ਵੈਸੇ ਤਾਂ ਬਾਈ ਪ੍ਰੋਫੈਸ਼ਨ ਕੁਝ ਹੋਰ ਕੰਮ ਕਰਦੇ ਨੇ, ਬਟ ਸ਼ੀ ਇਜ਼ ਇਨਵਾਇਰਮੈਂਟਲਿਸਟ। ਮਤਲਬ ਇਨਵਾਇਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਜਿਹੋ ਜੀ ਪੰਜਾਬ ਦੀ ਕੰਡੀਸ਼ਨ ਹੈ, ਮੈਨੂੰ ਲੱਗਦਾ ਸਾਰਿਆਂ ਨੂੰ ਵਾਕਫ ਹੈ, ਸਾਰੇ ਵਾਕਫ ਨੇ ਕਿ ਪੰਜਾਬ ਇਸ ਵਕਤ, ਚਾਹੇ ਹਵਾ ਦੀ ਗੱਲ ਕਰੀਏ, ਚਾਹੇ ਪਾਣੀ ਦੀ ਗੱਲ ਕਰੀਏ, ਚਾਹੇ ਮਿੱਟੀ ਦੀ ਗੱਲ ਕਰੀਏ, ਬਹੁਤ ਜ਼ਿਆਦਾ ਖਰਾਬ ਸਿਚੁਏਸ਼ਨ ਤੇ ਹੈ ਪੰਜਾਬ। ਪਰ ਕੁਝ ਨਿੱਕੇ ਨਿੱਕੇ ਐਫਰਟ ਜਿਹੜੇ ਨੇ, ਜਿਹੜੇ ਬਹੁਤ ਵੱਡਾ ਬਦਲਾਅ ਲਿਆ ਸਕਦੇ ਨੇ, ਉਹ ਮੈਡਮ ਪਿਛਲੇ ਲਗਾਤਾਰ ਸਮੇਂ ਤੋਂ ਕਰ ਰਹੇ ਨੇ ਤੇ ਲੋਕਾਂ ਨੂੰ ਰਿਕੁਐਸਟ ਵੀ ਕਰ ਰਹੇ ਨੇ ਕਿ ਪਾਰਟਿਸਿਪੇਟ ਕਰਨ। ਸੋ ਕਾਫੀ ਲੰਬੀ ਇੰਟਰਵਿਊ ਤੁਹਾਡੀ ਹੋ ਗਈ ਹੈ। ਸੋ ਆਫੀਸ਼ੀਅਲੀ ਵੈਲਕਮ ਵਨਸ ਅਗੇਨ। ਥੈਂਕ ਯੂ ਮੋਹਿਤ। ਸੋ ਮੈਡਮ, ਜਿਵੇਂ ਅਸੀਂ ਪਹਿਲੀ ਵਾਰ ਜਦੋਂ ਗੱਲ ਕੀਤੀ ਸੀ, ਉਦੋਂ ਵਾਟਰ ਦੇ ਰਿਗਾਰਡਿੰਗ ਗੱਲ ਕੀਤੀ ਸੀ ਕਿ ਕਿਵੇਂ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪਾਣੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਕਿੰਨਾ ਨੀਚੇ ਰਹਿ ਗਿਆ, ਉਹਦਾ ਲੈਵਲ ਕਿੰਨਾ ਥੱਲੇ ਜਾ ਚੁੱਕਿਆ। ਉਹਦੇ ਰੀਜ਼ਨਸ ਅਲੱਗ-ਅਲੱਗ ਨੇ, ਪਰ ਐਦਾਂ ਨਹੀਂ ਕਿ ਨੂੰ ਬਚਾਇਆ ਵੀ ਨਹੀਂ ਜਾ ਸਕਦਾ। ਤੁਸੀਂ ਬਹੁਤ ਸਾਰੇ ਐਫਰਟਸ ਕੀਤੇ ਵੀ ਨੇ, ਬਹੁਤ ਸਾਰੇ ਵੀਡੀਓ ਵੀ ਤੁਸੀਂ ਲੋਕਾਂ ਨੂੰ ਦੱਸਿਆ ਵੀ ਹੈ। ਸ਼ੋਰਟ ਦੇ ਵਿੱਚ ਜੇ ਮੈਂ ਦੁਬਾਰਾ, ਕਿਉਂਕਿ ਆਪਾਂ ਸਾਰੇ ਸਿਟੀਜ਼ਨ ਆ, ਹਨਾ, ਚਾਹੇ ਜਲੰਧਰ ਦੇ, ਚਾਹੇ ਪੰਜਾਬ ਦੇ, ਚਾਹੇ ਇੰਡੀਆ ਦੇ ਕਿਸੇ ਵੀ ਸਟੇਟ ਦੇ, ਉਹ ਨਿੱਕੇ ਨਿੱਕੇ ਐਫਰਟਸ ਕਿਹੜੇ ਹੋ ਸਕਦੇ ਨੇ ਜਿਨ੍ਹਾਂ ਨੂੰ ਪਾਣੀ ਦੇ ਨਾਲ ਪਾਣੀ ਬਚਾਇਆ ਜਾ ਸਕੇ। पहले शुरुआत तो हम घर से करेंगे। मैं ये नहीं कहूँगी सीधा रेन वाटर हार्वेस्टिंग वाला टॉपिक नहीं लेके आऊँगी इसमें, क्योंकि वो फिर लोग सब कहते हैं कि हमें मतलब बिकॉज मनी इज इन्वॉल्व। तो छोटे छोटे एफर्ट्स जो हैं वो हम घर से जो कर सकते हैं। पहले तो अगर आरओ लगा है तो आरओ का वेस्ट वाटर इकट्ठा करें, उसको सफाई के कामों में यूज़ करें, कपड़े धोने के कामों में यूज़ करें, आपके गाड़ी धोने के लिए भी आप आरओ का पानी यूज़ कर सकते हैं। दूसरा, आपके घर में जैसे आप सब्जी धोते हैं, फल धोते हैं, ये सब पानी आप इकट्ठा करके प्लांट्स को दें, वो आपका पीने वाला पानी बच जाता है। उसके बाद आपका जो वॉशिंग मशीन में से पानी निकलता है, उससे आप आपके वॉशरूम वॉश कर सकते हैं, फ्लशिंग के लिए यूज़ कर सकते हैं। मतलब बस एक आपने एक पैटर्न बनाना है उसको रीयूज़ करने का, और उससे वो कंजर्व हो जाता है। बाकी सिर्फ 10-15 चीज़ां ਜਾਂ ਵੱਧ ਹੋ ਸਕਦੀਆਂ ਨੇ ਜਿਹੜੀ ਤੁਸੀਂ ਅਗਰ ਆਪਣੇ ਮਨ ਵਿੱਚ ਧਾਰ ਲਓ ਕਿ ਬਈ ਆਹ ਚੀਜ਼ ਇਦਾਂ ਕਰਨੀ ਹੈ। ਕਿਉਂਕਿ ਅਕਸਰ ਅਸੀਂ ਰੋਟੀ ਖਾਣ ਤੋਂ ਪਹਿਲਾਂ, ਜਿਵੇਂ ਕਾਫੀ ਸਾਰੇ ਲੋਕ ਨਾ ਰੱਬ ਦਾ ਨਾਮ ਲੈਂਦੇ ਨੇ, ਜਿਸ ਵੀ ਰੱਬ ਨੂੰ ਮੰਨਦੇ ਨੇ, ਉਹ ਇੱਕ ਨੈਚੁਰਲ ਪ੍ਰੋਸੈਸ ਬਣ ਜਾਂਦਾ ਨਾ ਕਿ ਜਦੋਂ ਵੀ ਕੁਝ ਖਾਣਾ, ਰੱਬ ਦਾ ਨਾਮ ਲੈਣਾ। ਜੇ ਕਿਤੇ ਸੜਕਾਂ 'ਤੇ ਜਾ ਰਹੇ ਹੋ, ਕਿਤੇ ਮੰਦਿਰ ਆ ਗਿਆ, ਕੋਈ ਗੁਰਦੁਆਰਾ ਆ ਗਿਆ, ਤੇ ਉਹਦੇ ਵੱਲ ਦੇਖ ਕੇ ਅਸੀਂ ਸਿਰ ਝੁਕਾਉਂਦੇ ਹਾਂ। ਉਹ ਇੱਕ ਨੈਚੁਰਲ ਹੈਬਿਟ ਬਣ ਜਾਂਦੀ ਕਿ ਇਹ ਚੀਜ਼ ਕਰਨੀ ਹੈ। ਸਿਮਿਲਰਲੀ ਅਗਰ ਅਸੀਂ ਉਸਨੂੰ ਧਰਮ ਦੇ ਵਾਂਗ ਅਸੀਂ ਉਸਨੂੰ ਮੰਨ ਕੇ ਅਗਰ ਚੀਜ਼ਾਂ ਚੇਂਜ ਕਰਨੀਆਂ ਸ਼ੁਰੂ ਕਰ ਦਿੱਤੀਆਂ तो मुझे लगता है कि मैडम बहुत बड़ा चेंज आ जाएगा। अब आपने धर्म की बात की तो मुझे ये एक चीज़ बड़े मेरे को मतलब माइंड में बड़ी देर से है। मैंने इस टॉपिक पे बोला भी था कि सुबह सुबह उठ के लोग अपने फ्रंट पे बहुत पानी फेंकते हैं। तो क्योंकि हमारे मान्यता है कि लक्ष्मी के आगमन अगर करना है, लक्ष्मी जी का आगमन, तो विष्णु जी को प्रसन्न करना चाहिए। बट हम ये भूल रहे हैं कि पहले वो कच्चे फर्श होते थे, अब पक्के हैं। अब वो पानी जो है वो ड्रेन्स में जाता है, पहले वो सॉइल में जाता था। पर आप ये देखिए ना, अगर आप विष्णु भगवान जी को छिड़काव कर रहे हैं लक्ष्मी माता को बुलाने के लिए, तो आप ध्यान रखिए कि वो नालियों में ना जाए। इसलिए थोड़ा पानी ले, सिर्फ छिड़काव करें। मान्यता भी हो जाती है पूरी, और पानी भी वेस्ट नहीं होता है, और भगवान भी खुश भी हो जाते हैं। ਬਾਕੀ ਭਗਵਾਨ ਨੂੰ ਖੁਸ਼ ਕਰਨਾ ਵੀ ਜ਼ਰੂਰੀ ਹੈ। ਤੇ ਇੱਕ ਹੋਰ ਛੋਟੀ ਜਿਹੀ ਗੱਲ ਕਰਾਂ ਜਿਹੜੀ ਥੋੜੀ ਕੱਟੜਵਾਦ ਨਾਲ ਜੁੜ ਜੇਗੀ, ਉਹ ਮੈਂ ਕਰਾਂਗਾ, ਮੈਡਮ ਕੋਲ ਜਵਾਬ ਨਹੀਂ ਲਵਾਂਗਾ, ਕਿਉਂਕਿ ਮੈਡਮ ਨੇ ਕਿਹਾ ਕਿ ਮੈਂ ਨਾ ਬਹੁਤਾ ਧਰਮ ਤੇ ਬੋਲਣਾ, ਨਾ ਮੈਂ ਬਹੁਤਾ ਪੋਲਿਟਿਕਸ ਤੇ ਬੋਲਣਾ। ਰੀਜ਼ਨ ਕਿਉਂ ਬਈ ਸਾਡੇ ਦੋਵਾਂ ਦੇ ਮੈਸੇਜ ਬਾਕਸ ਫੁੱਲ ਹੋ ਜਾਂਦੇ ਨੇ। ਸਹੀ ਬਾਤ ਹੈ। ਓਕੇ, ਪਰ ਫਿਰ ਵੀ ਮੈਂ ਬੋਲਾਂਗਾ ਕਿਉਂਕਿ ਮੇਰਾ ਕੰਮ ਬੋਲਣਾ ਹੈ। ਜੇ ਮੈਂ ਨਹੀਂ ਬੋਲਿਆ ਤੇ ਫਿਰ ਲੋਕੀ ਕਹਿਣਗੇ ਲੈ ਬੋਲਦਾ ਨਹੀਂ। ਸੋ ਗੱਲ ਏਦਾਂ, ਜਿਵੇਂ ਧਰਮ ਦੀ ਗੱਲ ਕੀਤੀ, ਅਸੀਂ ਸਾਰੇ ਲੋਕੀ ਵੇਖਦੇ ਹਾਂ ਕਿ ਬਹੁਤੇ ਮੰਦਿਰਾਂ, ਗੁਰਦੁਆਰਿਆਂ ਦੇ ਵਿੱਚ ਅਰਲੀ ਮਾਰਨਿੰਗ ਚੰਗੇ ਪਾਣੀ ਦੇ ਨਾਲ ਧੋਤਾ ਜਾਂਦਾ। ਮੈਂ ਤੁਸੀਂ ਨਹੀਂ ਬੋਲਣਾ, ਠੀਕ ਹੈ? ਤੇ ਹਾਸੇ ਵਾਲੀ ਗੱਲ ਨਹੀਂ, ਪਰ ਉਹ ਹਾਸਾ ਉਦੋਂ ਬਣ ਜਾਣਾ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਪਾਣੀ ਵਾਕਈ ਨਹੀਂ
ਬਚਣਾ ਤੇ ਮਿਲਣਾ। बिल्कुल ਉਦੋਂ ਆਪਾਂ ਸੀਰੀਅਸ ਹੋ ਜਾਣਾ ਕਿ ਯਾਰ ਅਸੀਂ ਰੱਬ ਨੂੰ ਖੁਸ਼ ਕਰਦੇ ਰਹਿ ਗਏ। ਰੱਬ ਨੇ ਕਦੀ ਨਹੀਂ ਕਿਹਾ, ਕਿਸੇ ਵੀ ਪਰਮਾਤਮਾ ਨੇ, ਕਿਸੇ ਵੀ ਗੁਰੂ ਮਹਾਰਾਜ ਨਹੀਂ ਕਿਹਾ ਕਿ ਉਹ ਮੈਨੂੰ ਸਵੇਰੇ ਰੋਜ਼ ਪਾਣੀ ਨਾਲ ਨਵਾਓ, ਮੈਨੂੰ ਮੇਰੇ ਤੇ ਪਾਣੀ ਛਿੜਕੋ, ਇਹ ਵਾ। ਤੁਹਾਡਾ ਮਨ ਸਾਫ਼ ਹੈ ਨਾ, ਤੇ ਜਿਹੜੇ ਤਪੱਸਿਆ ਕਰਦੇ ਸੀਗੇ, ਜਿਹੜੇ ਹਜੇ ਵੀ ਕਰਦੇ ਨੇ ਜੰਗਲਾਂ 'ਚ ਜਾ ਕੇ, ਉਹ ਤਾਂ ਆਪ ਨਹੀਂ ਰਹਿੰਦੇ ਕਿੰਨੇ ਸਾਲ, ਉਹ just ਤਪੱਸਿਆ ਕਰਦੇ ਰਹਿੰਦੇ ਨੇ। ਤੇ ਜੇ ਉਹਨਾਂ ਨੂੰ ਰੱਬ ਮਿਲ ਸਕਦਾ, और वो भी इतनी दूर जाते हैं। ਹਾਂ, ਅਗਰ ਉਹਨਾਂ ਨੂੰ ਰੱਬ ਮਿਲ ਸਕਦਾ, ਤੁਸੀਂ ਤਾਂ ਸ਼ਹਿਰਾਂ 'ਚ ਰਹਿੰਦੇ ਆ, ਸਵੇਰੇ ਸ਼ਾਮ ਤੁਸੀਂ ਬਥੇਰਾ ਕੁਝ ਨਹਾਉਂਦੇ, ਜੋ ਵੀ ਕਰਦੇ ਆ, ਪਰ ਪਾਣੀ ਨੂੰ ਇੰਨਾ ਮਤਲਬ ਨਾ ਕਹਿ ਲਈਏ ਕਿ ਗ੍ਰਾਂਟਡ ਲੈ ਲਿਆ ਕਿ ਲੈ ਫ੍ਰੀ ਮਿਲ ਰਿਹਾ। ਉਹ ਬਈ ਫ੍ਰੀ ਦੀ ਜਿਹੜੀ ਵੈਲਿਊ ਜਦੋਂ ਪਤਾ ਲੱਗ ਜੂਗੀ ਨਾ, ਜਦੋਂ ਜਿੱਦਾਂ ਹੁਣ ਪਿੱਛੇ ਦੀ ਰਾਜਸਥਾਨ 'ਚ ਆਪਾਂ ਦੇਖਿਆ ਜਾਂ ਸਾਊਥ ਵੱਲ ਦੇਖਿਆ, बॉम्बे में हो गया था। ਈਵਨ ਸਾਊਥ ਅਫਰੀਕਾ ਦੇ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ, ਅਫਰੀਕਾ ਦੇ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ कैलिफोर्निया, ਜਿੱਥੇ ਪਾਣੀ ਪੀਣ ਨੂੰ ਹੈ ਹੀ ਨਹੀਂ। अब कैलिफोर्निया जो रिसाइकल्ड वाटर मिलता है पीने के लिए, आप पी सकते हो। आपको गटर का पानी साफ करके, वो भी इंडिया में आपको वापस दिया जाएगा पीने के लिए, आप पी लोगे? आप ये सोच के देखिए ना। अभी कल मैं किसी को बोल रही थी, गाड़ी धो रहे थे, तो मुझे कहते हैं आप गाड़ी कैसे धोते हो? मैंने कहा मैं तो बाल्टी से धोती हूँ। कहते मैंने कहा आप पीने वाला पानी खराब कर रहे हैं। कहते वो कौन सा साफ आ रहा है? मतलब इस चीज में भी उनको टेंशन नहीं हुई कि वो कौन सा साफ आ रहा है। हर चीज ਤੋਂ ਉਹਨਾਂ ਨੂੰ ਡਿਬੇਟ ਹੈਗਾ, डिबेट है, ਹਰ ਚੀਜ਼ ਉਹਨਾਂ ਕੋਲ ਐਕਸਕਿਊਜ਼ ਹੈ ਉਹਨਾਂ ਕੋਲ। बिल्कुल। ਪਰ ਉਹ और ਸੋਲੂਸ਼ਨ फाइन है ਬੇਸਡ, इस चीज का। ਜੇ ਸੋਲੂਸ਼ਨ By ਬੇਸਡ law। ਕੰਮ ਕੀਤਾ ਜਾਵੇ ਤਾਂ ਉਹ ਫਿਰ ਅੱਛਾ ਜ਼ਿੰਮੇਵਾਰੀ ਲੋਕੀ ਕਾਫੀ ਸਾਰੇ ਨਾ ਇਹਦੇ ਵਿੱਚ ਐਕਸਕਿਊਜ਼ ਵਰਤਦੇ ਨੇ, ਸਰਕਾਰ ਕੀ ਕਰ ਰਹੀ ਹੈ। ਪਰ ਸਰਕਾਰ ਤਾਂ ਤੁਹਾਨੂੰ ਜਸਟ ਨਾ ਇੱਕ ਕਹਿ ਸਕਦੀ ਕਿ ਇਹ ਚੀਜ਼ ਨਾ आत्मनिर्भर ਕਰੋ, बना रही है। ਆਤਮ ਨਿਰਭਰ ਬਣਾ ਰਹੀ ਹੈ। ਸਰਕਾਰ ਤੁਹਾਨੂੰ ਜਸਟ ਨਾ ਕਹਿ ਸਕਦੀ ਹੈ ਕਿ ਇਹ ਚੀਜ਼ ਇਦਾਂ ਕਰੋ, ਇਹ ਚੀਜ਼ ਇਦਾਂ ਨਾ ਕਰੋ, ਪਰ ਕਰਨਾ ਤੇ ਅਸੀਂ ਲੋਕਾਂ ਨੇ ਹੈ ਨਾ। ਸਰਕਾਰ ਹਰ ਥਾਂ ਹਰ ਘਰ ਦੇ ਬਾਹਰ ਤੇ खड़ी नहीं कि कौन पानी ना धो रहा है, चलो मैं चलान काट वो लूंगा। अंदर आके थोड़ा ना देखेगी आप अंदर कितना पानी वेस्ट। ये तो आपकी खुद की जो अंतरात्मा है ना, वो उस पर डिपेंड करता है कि आप कैसे आप अपने बच्चों के हिस्से का पानी इस तरह नालियों में बहा रहे हैं। कल को वही नाली का पानी साफ करके सरकार, आप सरफेस वाटर प्रोजेक्ट शुरू किया उन्होंने, क्या है उसमें सारे कार्सिजन्स हैं। जितनी बारिश होती है उसमें से जितने आपके PM 2.5 है, आपका जितना प्लास्टिक है, कार्सिजन्स हवा में है, सब सरफेस वाटर में जा रहे हैं। वही अब आप पाइप के थ्रू आपको जितनी मर्जी क्लीनिंग कर लो, उसमें से माइक्रो प्लास्टिक थोड़ा निकाल दोगे। जितना प्लास्टिक का वेस्ट है उसमें पानी के अंदर। रिसेंटली एक रिसर्च सामने आई कि पहले तो मैं हिंदी ਚ ਆ ਗਿਆ, ਓਕੇ। रिसेंटली एक रिसर्च सामने आई कि ਪਹਿਲਾਂ ਤਾਂ ਜਿਹੜਾ ਪਲਾਸਟਿਕ ਸੀਗਾ ਸਾਡੇ ਅੰਦਰ ਆ ਗਿਆ, हाँ ਹੁਣ ਉਹ ਬਲੱਡ 'ਚ ਵੀ ਆ ਗਿਆ। बिल्कुल है, प्लेसेंटा में है। ਮਤਲਬ ਜਿੰਨੀਆਂ ਬਿਮਾਰੀਆਂ ਵੱਧ ਰਹੀਆਂ ਨੇ, ਚਾਹੇ ਉਹ ਇਨਫਰਟੀਲਿਟੀ ਦੀ ਹੋਵੇ, ਠੀਕ ਹੈ, ਚਾਹੇ ਉਹ ਕੈਂਸਰ ਹੋਵੇ, ਬਹੁਤ ਸਾਰੀ ਬਿਮਾਰੀਆਂ ਮਰਦਾਂ 'ਚ ਔਰਤਾਂ ਦੇ ਵਿੱਚ वो प्लास्टिक या ऐसा चीज़ा करके आ रही है। बिल्कुल। अब आप सरफेस वाटर प्रोजेक्ट की बात करो तो उस पानी में कितने फिशेस हैं, कितने जीव जंतु हैं, मरीन एनिमल्स हैं। आप उनके हिस्से का पानी भी हम लेने को बैठे, फिर आप कहोगे हमने ओशन का, सी का पानी उसमें डिसैलिन करके तो उसको हमने लाना शुरू कर देना। आप मतलब देखो ना, आप दूसरे के हिस्से का पानी ले रहे हो, दूसरे के हिस्से के रिसोर्सेज ले रहे हो। फॉसिल फ्यूल्स आपके आप ओशन में जा रहे हैं एक्सट्रैक्ट करने। तो जब वो बैलेंस हिलेगा लैंड का और वाटर का, 71% अगर वाटर है तो किसी पर्पस के लिए ना कि लैंड को ठंडा रखना है। और जब वो रेशियो हिल जाएगा तो ऑब्वियसली फिर कैटास्ट्रोफी। और इवन जैसे काफी सारे, जैसे आपने बताया कि काफी सारे लोग ना जो अपना जो प्लास्टिक अपनी कंट्रीज का बड़े बड़े ओशंस में जाके फेंकते हैं। तो जो जैसे आपने बोला मरीन एनिमल्स, अगर वो बोल नहीं सकते तो क्या मतलब हम उनको प्लास्टिक फीड करें? खिलाएं। हाँ, मतलब काफी सारी रिसर्च में डिस्कवरी को देखता हूँ कि वो इतने बड़े बड़े जो वेल्स हैं उनको जब खोलते हैं तो उसके बीच से प्लास्टिक निकलता है, टन्स ऑफ प्लास्टिक बड़ी बड़ी वेल में से। मतलब अच्छा मैडम, चलो दोबारा फिर थोड़ा लाइट नोट पे आइए। ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋ ਫੇਸਬੁੱਕ ਤੇ जी। ਹਾਈਪਰ ਐਕਟਿਵ ਬੜਾ ਹੁੰਦਾ ਬਈ, हाइपर एक्टिव हूं मैं। ਹੈ ਨਾ, ਜੇ ਉਹ ਹੁੰਦਾ ਬਸ ਸ਼ਾਇਦ ਉਹ ਤੁਹਾਡੇ ग्राउंड ਲਈ पे भी हूं मैं, ਨਹੀਂ, रोज ਗਰਾਊਂਡ 'ਚ ਵੀ जाके। ਨੈਚੁਰਲੀ ਤੁਸੀਂ ਗਰਾਊਂਡ ਤੇ ਵੀ ਹੋਗੇ, ਪਰ ਜੋ ਸਾਨੂੰ ਘਰਾਂ ਬੈਠ ਕੇ ਦਿਖਦਾ ਉਹ ਹੈ ਤੁਹਾਡਾ ਫੇਸਬੁੱਕ बिल्कुल। ਐਂਡ ਤੁਹਾਡਾ ਆਪਣਾ ਸੈਂਸ ਬਾਈ ਮੀਨਲ ਵਰਮਾ ਇੱਕ ਜਿਹੜਾ ਪੇਜ ਹੈ। ਇਸ ਤੋਂ ਇਲਾਵਾ ਟੀਨੂ ਲੁਥਰਾ ਜਲੰਧਰ ਨੋਟਿਸ ਬੋਰਡ, ਇਸ ਤੋਂ ਤੁਹਾਨੂੰ ਸਪੋਰਟ ਵੀ ਚੰਗੀ ਮਿਲ ਰਹੀ ਹੈ, ਪਰ ਬਹੁਤ ਸਾਰੇ ਲੋਕ ਪਰੇਸ਼ਾਨ ਵੀ ਡੈਫੀਨੇਟਲੀ ਨੈਚੁਰਲੀ ਹੋਣੇ ਆ ਕਿਉਂ? ਕਿਉਂਕਿ ਜਦੋਂ ਵੀ मैं बताती हूं आपको, मैंने ਉਹਨਾਂ ਨੂੰ ਪਰੇਸ਼ਾਨ ਤਾਂ ਲੱਗਦਾ ਵਾ ਕਿਉਂਕਿ ਯਾਰ ਤਾਂ ਇੱਕ ਤਾਂ ਤੁਹਾਡੀ ਨੌਲੇਜ ਆ, हाँ ਦੂਜੇ ਤੁਹਾਡੇ ਕੋਲ ਸੋਲੂਸ਼ਨਸ ਨੇ, ਠੀਕ ਹੈ, ਐਂਡ ਫੈਕਟਸ ਨੇ, आगे काम करती ਫੈਕਟਸ ਨੇ ਕਿ ਬਈ ਇਹ ਚੀਜ਼ ਇਦਾਂ ਕਰੋ, ਇਦਾਂ ਹੋ ਜਾਊਗਾ, ਚੀਜ਼ ਇਦਾਂ ਕਰੋ, ਪਰ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਤਾਂ ਬਈ ਸਰਕਾਰੀ ਸਕੂਲ ਦੀ ਭੈਣ ਜੀ ਹੈ, ਠੀਕ ਹੈ, ਇਦਾਂ ਕਰੋ, ਇਦਾਂ ਹੋ ਜਾਊਗਾ। पता है देखो, मैं लिख के नहीं करती, मैं काम करके वो दिखा के
कि लोगों को प्रैक्टिकली दिखाना कि हाँ काम कैसे करना है, काम हो सकता है, ताकि ये मुझे लगे कि ये हो नहीं सकता, दिस इज नॉट पॉसिबल, दिस इज इम्पॉसिबल। वो वाला फ्रेज ही हटा के मैं अपनी पोस्ट डालती हूँ कि ये पॉसिबल है, मैंने किया है, तो आप भी कर सकते हो। अच्छा, ਇਹਦੇ ਇੱਕ ਪੋਜ਼ਿਟਿਵ ਸਟੋਰੀ ਵੀ ਹੈ ਕਿ ਕਾਫੀ ਸਾਰੇ ਦੋਸਤ, ਕਿਉਂਕਿ ਮੈਡਮ ਜਿਵੇਂ ਕਿ ਪਿੱਛੋਂ ਬੈਕਗ੍ਰਾਉਂਡ ਚੰਡੀਗੜ੍ਹ ਤੋਂ ਨੇ, ਨਵੇਂ ਦੋਸਤ ਮੈਡਮ ਦੇ ਜਲੰਧਰ ਚ ਬਣ ਗਏ ਨੇ, ਠੀਕ ਹੈ, ਬਹੁਤ ਸਾਰੇ, ਤੇ ਉਹ ਮੈਡਮ ਦਾ ਸਪੋਰਟ ਵੀ ਕਰ ਰਹੇ ਨੇ, ਐਂਡ ਈਵਨ ਆਪਣੀ ਲਾਈਫ ਦੇ ਜਿਹੜੇ ਚੇਂਜਸ ਤੁਸੀਂ ਆਪਣੇ ਪੇਜ ਥਰੂ, ਆਪਣੇ ਜਲੰਧਰ ਨੋਟਿਸ ਬੋਰਡ ਦੇ ਥਰੂ ਜਿਹੜੇ ਸ਼ੇਅਰ ਕਰਦੇ ਆ, ਉਹ ਕਿਤੇ ਨਾ ਕਿਤੇ ਇੱਕ ਫੋਲੋ ਕਰਨ ਲੱਗ ਸ਼ੁਰੂ ਹੋ ਚੁੱਕੇ ਨੇ। बहुत सारे जुड़े हैं। ਹੁੰਦਾ मैं कि वही बोलने बेसिकली लगी थी अभी कि मैं 2016 से लिख रही हूँ नोटिस बोर्ड जलंधर बाय टीनू लुथरा में। अपना पेज तो मैंने बाद में बनाया, तो मेरे से इंस्पायर करना है। हाँ बिल्कुल बिल्कुल, आपसे सारी इंस्पिरेशन लेती हूँ। तो उसमें मैं मतलब जब मैंने स्टार्ट किया था तो मेरे अगेंस्ट बहुत सारे लोग थे, बट अब धीरे धीरे मुझे अगर मेरे अगेंस्ट लिखने की कोशिश भी करता है तो मुझे जवाब देने की जरूरत नहीं पड़ती है, सारे मेंबर्स आके मेरे साथ खड़े हो। रीजन दिस इज चेंज एक्चुअली, और वो फॉलो कर रहे हैं जो मैं कर रही हूँ या अवेयरनेस स्प्रेड कर रही हूँ, वो एक्चुअली फॉलो कर रहे हैं। ਔਰ ਈਵਨ ਮੈਨੂੰ ਲੱਗਦਾ ਕਿ ਮੈਡਮ ਇਦਾਂ ਨਹੀਂ ਹੈ ਕਿ ਜਸ ਤੁਸੀਂ ਹੀ ਉਹਨਾਂ ਨੂੰ ਸਿਖਾ ਰਹੇ ਹੋ, ਅਸੀਂ ਸਾਰੇ ਇੱਕ ਦੂਜੇ ਨੂੰ ਸਿੱਖਾਂਗੇ। ਬਿਲਕੁਲ, ਕੀ ਪਤਾ ਉਹ ਕੁਝ ਨਵੀਂ ਪ੍ਰੈਕਟਿਸ ਕਰਨ ਜਿਹੜੇ ਤੁਹਾਨੂੰ ਕਹਿਣ ਕਿ ਹਾਂ ਵੀ ਜੀ ਮੈਡਮ ਇਦਾਂ ਕਰੋ, ਇਹਦੇ ਨਾਲ ਇਹ ਬੈਨੀਫਿਟ ਹੈ, ਕੱਲ ਨੂੰ ਅਸੀਂ ਸਾਰੇ ਲੋਕੀ ਕਰਨ। सो म्यूचुअली ਅਸੀਂ सब लोग ग्रो करांगे, म्यूचुअली पर सारे सीखेंगे एक दूसरे से। एक ना रास्ते पे डालने की बात होती है, वो जब आप एक ट्रैक पे डाल देते हो तो ऑब्वियसली सीखने के जरिए बहुत निकलना चाहिए। जब पता ही नहीं आपने रास्ता कौन सा चुनना, तो आप स्पेशलाइजेशन किस में करोगे जी। वैसे तो ਤੁਹਾਡੀ ਬਹੁਤ ਸਾਰੀਆਂ ਫਨੀ ਇਨਸੀਡੈਂਟਸ ਵੀ ਹੋਣੀਆਂ ਨੇ, ਹੈ ਨਾ। ਸੋ ਹਾਲੇ ਤੱਕ ਸੋ ਫਾਰ ਜਿਵੇਂ ਤੁਸੀਂ ਸਪਰੈਡ ਕਰਦੇ ਹੋ ਇਨਫੋਰਮੇਸ਼ਨ ਜਾਂ ਲੋਕਾਂ ਨੂੰ ਟੋਕਦੇ ਹੋ ਜਾਂ ਜਿਵੇਂ ਵੀ ਆ, ਕੋਈ ਫਨੀ ਮੁੱਦਾ ਹੈ, ਫਨੀ ਕੋਈ ਯਾਦ ਵਿਦਆਊਟ ਟੇਕਿੰਗ ਨੇਮ, ਤੁਸੀਂ ਅਗਰ ਬਿਨਾਂ ਨਾਮ ਲਏ ਤੁਸੀਂ ਕੁਝ ਸ਼ੇਅਰ ਕਰਨਾ ਚਾਹੋ? फनी कि ਤੁਸੀਂ ਕਿਸੇ ਨੂੰ ਕੁਝ ਕਿਹਾ, ਗੋਣਾ ਨੇ ਇਦਾਂ ਦਾ ਕੁਝ ਜਵਾਬ ਦਿੱਤਾ? मैं एक दिन में मॉडल टाउन गई थी, तो जूस शॉप है वहाँ पे ना, तो वो बहुत ज़्यादा वेस्ट कर रहे थे पानी, पाइप लेके वो धो रहे थे, तो जूस वाला भैया था, तो मैंने उसको बोला भैया इतना पानी मत वेस्ट करो, पानी खत्म हो जाएगा। कहता नहीं, कहता टैंकी पूरी फुल है खत्म होगा। कब तेरी टैंकी तो फुल है, आपकी तो टैंकी फुल है, वो नीचे से पानी खत्म हो जाएगा। कुदरत वाली टैंकी जड़ी है वो मुक जाने के लिए बहुत इंसिडेंट्स होते हैं। पर अच्छा अभी मैं बताती हूँ आपको, मैं अभी डिनर पे गई थी थोड़े दिन पहले ना, तो बड़ा कैजुअल सा डिनर था, उनके आगे गेस्ट आ गया, अनएक्सपेक्टेड गेस्ट थे, सामने मेरे बैठे हुए थे, तो हम बात कर रहे थे। आई एम नॉट वेरी इजी एट कॉन्वर्सेशन एकदम से ना किसी स्ट्रेंजर के साथ, हम ऐसी बात कर रहे थे, तो धीरे धीरे पता चला कि मैं उनके घर भी जाके आई हूँ और उनको टोक के आई हूँ। कहते आपके जाने के बाद ना, कहते आपकी बात ना मेरे दिल को लग गई। अच्छा। तो मैं ना मैंने सोचा, फिर मैं पानी सेव करता हूँ, मैं अपने क्लीनर को भी बोला हुआ कि पानी वेस्ट नहीं करना। तो ऐसे छोटे छोटे बहुत इंसिडेंट्स होते हैं, आई डोंट रियलाइज कि मैं किस किस को बोल के आती हूँ। अच्छा, तो हो गया फनी इंसिडेंट, एक प्राउड मोमेंट। प्राउड मोमेंट क्योंकि ਜਦੋਂ ਮੈਂ ਹੁਣ ਗੱਲ ਕਰਾਂ, ਮੈਡਮ ਨਾ ਡਰਾਈਵ ਚਲਾਉਂਦੇ ਨੇ ਹਰ ਤੀਸਰੇ ਚੌਥੇ ਸੰਡੇ, ਮੈਡਮ ਦੀ ਡਰਾਈਵ ਚੱਲਦੀ ਹੈ। ਬਹੁਤ ਸਾਰੇ ਜਲੰਧਰ ਦੇ ਲੋਕ ਨੇ ਜਿਹੜੇ ਮੈਡਮ ਦੀ ਡਰਾਈਵ ਵਿੱਚ ਪਾਰਟਿਸਿਪੇਟ ਕਰਦੇ ਨੇ, ਕੁਝ ਅਨਲਕੀ ਪਰਸਨ ਜਿਹੜੇ ਨਹੀਂ ਆ ਪਾਉਂਦੇ, ਕਿਉਂਕਿ ਹਰ ਵਾਰੀ ਕਹਿੰਦੇ ਨੇ ਕਿ ਹਰ ਵਾਰੀ ਕਹਿ ਦਿੰਦੇ ਨੇ ਮੈਂ ਆਵਾਂਗਾ ਪਰ ਨਹੀਂ ਆ ਪਾਉਂਦੇ, ਬਟ ਹਾਂ ਕੁਝ ਲੋਕ ਨੇ ਜਿਹੜੇ ਜੁੜ ਗਏ ਨੇ। ਬਟ ਕੋਈ ਵੀ ਹੋਰ प्राउड मोमेंट सी, मैं लिख तो बहुत देर से रही हूँ अवेयरनेस, मेरे साथ जब सारे जुड़ते हैं, अप्रिशिएट भी करते हैं, मुझे लगता है वो दैट इज काइंड ऑफ मतलब सिर्फ एप्रिसिएशन की बात नहीं, दैट फॉलोइंग एक्चुअली, तो वो मुझे ऐसा लगता है दैट्स अ रिवॉर्ड फॉर मी, दैट्स द रियल रिवॉर्ड। बाकी इन लाइमलाइट में तब आई जब मुझे वाटर हीरो को अवार्ड मिला, तो उसके बाद लोगों ने सीरियसली सुनना शुरू किया मुझे। एंड आई गेस आपको मिनिस्ट्री से भी आपको आपकी एप्रिसिएशन हुई है। हाँ, वो मतलब लास्ट 15 अगस्त को मुझे लोकल भी अवार्ड मिला था। लोकल मिल गया? हाँ। शुक्र फाइनली वो भी इसलिए क्योंकि सेंटर से रिकमेंडेशन हाँ, मतलब ਅਸੀਂ ਕਾਫੀ ਵਾਰੀ ਗੱਲ ਕੀਤੀ ਹੈ ਕਿ ਮੈਡਮ ਜਿੰਨਾ ਲੋਕਲੀ ਜਿੰਨਾ ਜ਼ਿਆਦਾ ਐਕਟਿਵ ਨੇ, ਜਿੰਨਾ ਜ਼ਿਆਦਾ ਕੰਮ ਕਰ ਰਹੇ ਨੇ ਲੋਕਲੀ, ਤਾਂ ਬਸ उतना मुझे कोई नहीं बुलाता है। अरे वो अथॉरिटीज में से ਡਰਦੇ ਨੇ ਕਿਉਂ? ਪਹਿਲੀ ਗੱਲ ਤਾਂ ਚਲੋ ਥੋੜਾ ਜਿਹਾ ਮੈਂ ਸਰਕਾਰ ਦੇ ਖਿਲਾਫ ਥੋੜਾ ਹਾਰਸ਼ ਹੋ ਜਾਵਾਂ ਕਿ ਭਈ ਜਿੰਨੇ ਵੀ ਸਰਕਾਰੀ ਹਾਂ ਮੈਂ ਹੀ ਹੋਵਾਂਗਾ, ਸਰਕਾਰੀ ਜਿੰਨੇ ਵੀ ਅਦਾਰੇ ਨੇ, ਚਾਹੇ ਪੁਲਿਸ ਕਮਿਸ਼ਨਰ ਆਫਿਸ ਹੈ, ਚਾਹੇ ਡੀਸੀ ਆਫਿਸ ਹੈ, ਚਾਹੇ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਹੈ, ਤੁਸੀਂ ਉੱਥੇ ਚਲੇ ਜਾਓ, ਪਹਿਲੀ ਗੱਲ ਤਾਂ ਸਰਕਾਰ ਕਹਿੰਦੀ ਵੀ ਪਲਾਸਟਿਕ ਬੈਨ ਹੈ,
ਤੁਸੀਂ ਉੱਥੇ ਸਭ ਤਰ੍ਹਾਂ ਪਲਾਸਟਿਕ ਵੇਖੋਗੇ, ਹਾਂ। ਪਲਾਸਟਿਕ ਦੀਆਂ ਬੋਤਲਾਂ ਵੇਖੋਗੇ, ਪਲਾਸਟਿਕ ਦੇ ਹੋਰ ਕਟਲਰੀਜ਼ ਦੇਖੋਗੇ। ਤੇ ਬਈ ਜਿਹੜੇ ਰੋਕਣ ਵਾਲੇ ਨੇ ਅਗਰ ਉਹੀ ਖੁਦ ਯੂਜ਼ ਕਰ ਰਹੇ ਨੇ ਤਾਂ ਕਿਵੇਂ ਤੁਸੀਂ ਸੁਧਾਰ ਦੀ ਉਮੀਦ ਕਰ ਸਕਦੇ ਹੋ? ਸੋ ਇਹਨਾਂ ਤੇ ਨਾ ਰਹੋ। ਲੋਕਾਂ ਨੂੰ ਜੇਕਰ ਮੈਂ ਗੱਲ ਕਰਾਂ, ਤੁਸੀਂ ਖੁਦ ਸੋਲੂਸ਼ਨ ਬਣੋ। ਤੁਸੀਂ ਖੁਦ ਜਿਵੇਂ जैसे ਮੈਡਮ हम ਕਹਿੰਦੇ ਨੇ, ट्रैफिक मैनेज भी हाँ। करते हैं। ਜਿਵੇਂ ਜਿੱਦਾਂ ਮੈਡਮ ਟ੍ਰੈਫਿਕ ਵੀ, ਮੈਡਮ ਦੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ। ਮੈਡਮ ਕਿਤੇ ਜਾ ਰਹੇ ਸੀਗੇ ਤੇ ਟ੍ਰੈਫਿਕ ਬੜਾ ਜ਼ਿਆਦਾ ਸੀਗਾ ਤੇ ਮੈਡਮ ਇੱਕ ਕਹਿੰਦੇ ਨਾ ਇੱਕ ਰਿਸਪੌਂਸਿਬਲ ਨਾਗਰਿਕ ਦੇ ਤੌਰ ਤੇ ਬਾਹਰ ਨਿਕਲਦੇ ਨੇ ਤੇ ਫਿਰ ਟ੍ਰੈਫਿਕ ਵੀ ਮੈਨੇਜ ਕਰਦੇ ਨੇ ਤੇ ਬਸ ਲੋਕਾਂ ਨੂੰ ਕਾਫੀ ਪਸੰਦ ਆਈ ਉਹ ਚੀਜ਼। ਵੈਸੇ ਕਾਫੀ ਸਾਰੇ ਲੋਕ ਕਰਦੇ ਨੇ, हाँ। ਕਾਫੀ ਸਾਰੇ ਲੋਕ ਇਨੀਸ਼ੀਏਟਿਵ ਲੈਂਦੇ ਨੇ। हाँ, अब तो बहुत लेते चंगी हैं, गल है। पीपल आर चेंजिंग फॉर गुड। और एम्बुलेंस के लिए स्पेशली काफी लोग लेते हैं रिस्पांसिबिलिटी। इट्स गुड। ਰਾਈਟ। ਸੋ ਜਿਵੇਂ ਨਾ ਬਸ ਮੈਂ ਦੱਸ ਦੇਵਾਂ ਕਿ ਮੈਡਮ ਨਾਲ ਅਸੀਂ ਬੈਕ ਟੂ ਬੈਕ ਰੇਡੀਓ ਤੇ ਵੀ ਗੱਲ ਕਰਦੇ ਰਹਿੰਦੇ ਹਾਂ ਤੇ ਦੁਬਾਰਾ ਫਿਰ ਸੋਸ਼ਲ ਬੇਸ ਤੇ ਗੱਲ ਕਰੀਏ। ਪਹਿਲਾਂ ਪਾਣੀ ਤੇ ਗੱਲ ਕੀਤੀ ਹੈ, ਥੋੜੀ ਹੋਰ ਗੱਲ ਕਰਦੇ ਹਾਂ। ਤੇ ਜਿਵੇਂ ਅੱਜ ਮੈਂ ਛੋਟੀ ਐਗਜ਼ਾਮਪਲ ਗਈ ਸੀ ਰੇਡੀਓ ਦੇ ਪ੍ਰੋਗਰਾਮ ਵਿੱਚ ਕਿ ਛੋਟੀ ਪਰ ਮੋਟੀ मोटी बात। ये हर बार आप बोलते जो मेरी ਚੰਗਾ ਲੱਗਦਾ ਮੈਨੂੰ ਬੜਾ ਵਧੀਆ ਲੱਗਦਾ ਮੈਨੂੰ ਕਿ ਨੈਚੁਰਲੀ ਗੱਲਾਂ ਨੇ। एग्जैक्टली। ਤੇ ਮੈਂ ਸਹੀ ਦੱਸਾਂ ਵੈਸੇ ਮੈਂ ਇੰਨਾ ਜ਼ਿਆਦਾ ਨਹੀਂ ਸੀ ਐਕਟਿਵ ਹੁੰਦਾ ਫੀਲਡ ਵਿੱਚ। ਜੇ ਪਰਸਨਲ ਤੌਰ ਤੇ ਜੇ ਮੈਂ ਗੱਲ ਕਰਾਂ, ਮੇਰਾ ਧਿਆਨ ਬਹੁਤ ਐਜੂਕੇਸ਼ਨ ਵੱਲ ਹੁੰਦਾ ਵਾ ਜਾਂ ਹੋਰ ਕਿਸੇ ਨਾਲ ਗੱਲ ਤੇ ਕੁਝ ਹੋ ਰਿਹਾ। ਪਰ ਮੈਂ ਖੁਦ ਹੁਣ ਨਾ ਲੋਕਾਂ ਨੂੰ ਟੋਕਦਾ ਵਾਂ, ਰੋਕਦਾ ਵਾਂ। ਮੈਨੂੰ ਆਪਣੇ ਘਰ ਦੇ ਮੈਨੂੰ ਬੋਲਦੇ ਨੇ ਕੀ ਹਰ ਜਗ੍ਹਾ ਤੇ ਬੋਲਦਾ ਰਹਿਣਾ ਵਾ, ਪਾਣੀ ਵਿੱਚ ਕਰੋ, ਇਹ ਕਰੋ, ਉਹ ਕਰੋ। ਬਟ ਚੰਗਾ ਲੱਗਦਾ ਕਿ ਨਹੀਂ ਰਾਹ ਚ ਵੀ ਕਿਤੇ ਜਾਂਦੇ, रिस्पांसिबिलिटी हमें लगता है ना, हमारी रिस्पांसिबिलिटी है, हम बोले ਰਾਹ ਚ ਵੀ ਕਿਤੇ ਜਾਂਦੇ ਹੋਈਏ ਤੇ ਨਾ ਕੋਈ ਟੈਬ ਖੁੱਲੀ ਹੈ ਕੁਝ ਵੀ, ਤਾਂ ਐਦਾਂ ਨਹੀਂ ਕਿ ਨਹੀਂ ਕਿਸੇ ਘਰ ਦੀ ਟੈਬ ਖੁੱਲੀ ਹੈ, ਉਹ ਸਾਡਾ ਪਾਣੀ ਹੈ, बिल्कुल हमारा ही है। ਠੀਕ ਹੈ। किसी एक के वो ਨਾ में ਕਿਸੇ ਤੇ थोड़ा ਪਾਣੀ एक्वायर ਤੇ किया ਹੱਕ हुआ ਆ, है। ਨਾ ਕਿਸੇ ਦਾ ਹਵਾ ਤੇ। अब मैं बताऊं, मैं आई वांट टू फाइल एन आरटीआई नाउ रिगार्डिंग दिस, क्योंकि लॉ बना हुआ है, उसकी जेल भी है, उसका फाइन भी है। सो इफ एनीबडी, चंडीगढ़ वो लॉ फॉलो हो रहा है। अच्छा। यहाँ पे इन्होंने थोड़े टाइम के लिए शुरू किया, उसके बाद नंबर चेंज करने शुरू कर दिए इन्होंने। फोन उठाने नहीं। तो मतलब पंजाब हाँ। पंजाब एक पहली स्टेट है। अब मैं एक्चुअली डरी हुई हूँ दिस समर। मैं एक्चुअली डरी हुई हूँ कि अब मुझे लग रहा है कि खत्म है सब, इट्स देयर नाउ। मुझे दिख रहा है कि इट्स देयर नाउ। अब मुश्किल है कि अब भी अगर नहीं बचाया ना पानी तो बस खत्म है सब कुछ। क्या करेंगे बच्चे? 90%, 99% अभी बच्चे लेके आ रहे हैं, 92% लेके आ रहे हैं। क्या करेंगे आगे बिना पानी के? लोग फिर आके बाहर भज रहे हैं, पर बाहर जाना भी बाहर सोल्यूशन तो नहीं है। already बुरा बाहर हाल जाना हुआ भी पड़ा है। सोल्यूशन नहीं है क्योंकि बाहर की ਜਿਹੜੀ ਐਵਰੇਜ ਲਾਈਫ ਤੁਸੀਂ ਕਾਊਂਟ ਕਰੋ ਤੇ ਬਹੁਤ ਸਾਰੇ ਚੈਲੰਜਸ ਬਾਹਰ ਵੀ ਨੇ। बाहर ਸੋ तो ਬਾਹਰ ਨੂੰ कैंसर ਚਲੋ का रेट ਕੰਪੈਰੀਜ਼ਨ, बहुत ज्यादा है। ਬਾਹਰ ਨੂੰ ਕੰਪੈਰੀਜ਼ਨ ਨਾ ਕੀਤਾ ਜਾਵੇ ਜੋ ਸਾਡੀ ਰੂਟਸ ਨੇ, ਜਿੱਥੇ ਅਸੀਂ ਜਨਮੇ ਆ, ਤੇ ਉਹਦੇ ਬਾਰੇ ਥੋੜਾ ਖਿਆਲ ਕਰੀਏ। देखो हमने यहाँ से इतना कुछ लिया, इंडिया से लिया, प्लैनेट से लिया, नेचर से लिया, वापस हम क्या दें? ਇਟਸ ਟਾਈਮ ਟੂ ਪੇ ਬੈਕ। यस इट इज ਸੋ हाई ਇਟਸ टाइम। ਨੋਟ ਕਿ ਤੁਸੀਂ ਬਿਲਕੁਲ ਤੁਸੀਂ ਪ੍ਰੋਫੈਸ਼ਨਲ ਬਣ ਚੁੱਕੇ ਹੋ, ਜੋਬ ਕਰਦੇ ਸੀ ਉਦੋਂ। ਤੁਸੀਂ ਵਾਈਲ ਜਦੋਂ ਤੁਸੀਂ ਇੱਕ ਬੱਚੇ ਹੋ ਉਦੋਂ ਵੀ ਜਿਵੇਂ ਪੇਰੈਂਟਸ ਮਤਲਬ ਦਾ ਮੈਡਮ ਨੇ ਵੀ ਆਪਣੇ ਬੱਚਿਆਂ ਨੂੰ ਬਿਲਕੁਲ ਨਾਲ ਜੋੜਿਆ ਹੋਇਆ ਵਾ ਤੇ ਉਹ ਵੀ ਐਟ ਦਾ ਸੇਮ ਪਾਰਟਿਸਿਪੇਟ ਕਰ ਰਹੇ ਨੇ। ਸਕੂਲਾਂ ਦੇ ਵਿੱਚ ਵੀ ਬਹੁਤ ਸਾਰੇ ਪੇਰੈਂਟਸ ਟੀਚਰਸ ਜਿਹੜੇ ਨੇ ਉਸ ਇਨੀਸ਼ੀਏਟਿਵ ਨਾਲ ਜੁੜ ਕੇ ਆਪਣਾ ਜਿਹੜਾ ਅਰਥ ਹੈ ਨਾ, ਮਦਰ ਅਰਥ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੂੰ ਪਹੁੰਚਾਉਣਾ ਚਾਹੀਦਾ। वो नहीं कि पेपर पे लिख के नहीं नहीं save नहीं earth वो कर- नहीं, वो वाला पेपर ਨੂੰ काम फाड़ के हाँ। ਉਹ ਨਹੀਂ, पहले ਉਹ पेड़ काटो, उसका पेपर नहीं। बनाओ, फिर उस पे लिखो सेव अर्थ। ਨਹੀਂ। ਅੱਛਾ, ਤੁਸੀਂ ਲਾਅ ਦੀ ਗੱਲ ਕੀਤੀ। ਤੁਹਾਨੂੰ ਪਤਾ ਪੰਜਾਬ ਇੱਕ ਪਹਿਲਾ ਸਟੇਟ ਬਣ ਗਿਆ ਪੂਰੀ ਇੰਡੀਆ ਦੇ ਵਿੱਚ ਜਿਸ ਨਵਾਂ ਲਾਅ ਸ਼ੁਰੂ ਕੀਤਾ, ਪੰਜਾਬ ਨੇ ਕੀਤਾ। क्या? ਕਿਸੇ ਦਾ ਵਾਕ ਕਰਕੇ ਸੀਗਾ, ਰਾਈਟ ਟੂ ਵਾਕ, ਕਿ ਜਿੱਥੇ ਵੀ ਤੁਸੀਂ ਚੱਲ ਰਹੇ ਹੋ ਨਾ, ਤੁਹਾਡੇ ਬਿਲਕੁਲ ਨੀਅਰ ਬਾਏ ਨਾਲ ਤੁਹਾਡੇ ਇੱਕ ਪੈਦਲ ਤੁਰਨ ਵਾਸਤੇ ਰਾਹ ਹੋਣਾ ਚਾਹੀਦਾ ਵਾ, ਪੈਦਲਸ ਦੇ, पेडेस्ट्रियन ਠੀਕ ਹੈ। ਐਂਡ ਨਾਲੋਂ ਨਾਲ ਸਾਈਕਲ ਚਲਾਉਣ ਦੇ ਕਿੱਥੇ ਹੈ? ਮੋਹੀ ਕਹਿ ਰਿਹਾ ਵਾ। Where is it? ਤੁਸੀਂ ਜੇ ਹੁਣੇ ਤੁਸੀਂ ਦੂਸਰੇ ਲਾਅ ਦੀ ਗੱਲ ਕੀਤੀ, ਮੈਂ ਕਹਿ ਰਿਹਾ ਲਾਅ ਸਿਰਫ ਕਾਗਜ਼ਾਂ 'ਚ ਨੇ। अच्छा, यहाँ अर्बन स्टेट पे इन्होंने बनाया, पता है क्या किया है? और जो वॉकवे सा बनाया ना, उसके इधर भी वो 2 पिलर्स लगाए हैं ना, छोटे छोटे। ਇੱਕ ਤਾਂ ਮਸ਼ਹੂਰੀਆਂ ਵਾਲੇ ਆਏ ਹੋਣੇ। अच्छा नहीं, सुनो तो सही। ऐसे एक यहाँ लगाया, एक यहाँ लगाया, तो मैं ये सोचती कि इतना डिस्टेंस कितना है, इसमें से मैं निकल पाऊंगी। ਤੁਸੀਂ ऊपर ਜਿਹੜੇ से- ਸੁੱਖ ਨਾਲ ਬਹੁਤੇ ਖਾਣ ਪੀਣ ਵਾਲੇ ਹੱਡੇ ਕੱਟੇ ਨੇ ਉਹ ਕਿੱਦਾਂ ਕੱਢਣਗੇ? ਉਹਨਾਂ उसके ਦੇ बाद- ਟਾਸਕ ਹੋਣਾ ਕਿ ਹਾਂ ਵੀ ਲੰਘ ਕੇ और ਜਾਓ। रास्ता देखने वाला ऐसे है, फिर ऐसे, फिर ऐसे। मैंने कहा इसमें तो साइकिल भी नहीं चलेगी, इसमें बंदा भी नहीं चल सकता। लगाए क्यों है? ਅਸੀਂ ਲੋਕ ਕੀ ਕਹਿ ਰਹੇ ਆ, ਥੋੜਾ ਦੱਸ ਦਵਾਂ ਕਿ ਜਿੰਨੀਆਂ ਸੜਕਾਂ ਹੁਣ ਇਨ ਫਿਊਚਰ ਬਣਨਗੀਆਂ ਉੱਥੇ ਮਤਲਬ ਕੰਪਲਸਰੀ ਹੈ इन कि- फ्यूचर सड़कें मतलब- बनेगी। ਅੱਛਾ, ਸੜਕਾਂ ਦਾ ਨਾਮ ਯਾਦ ਆਇਆ। ਤੁਸੀਂ ਸ਼ਹਿਰ 'ਚ ਸੜਕਾਂ ਦੇਖੀਆਂ ਹੋਣ ਤੁਸੀਂ, हाँ,
क्या बात है भाई, नवी सरकार सी। सड़क कहाँ है? अरे बड़ियां सड़कां द्वारा बन रਹੀਆਂ ਨੇ, ਜਿਹੜੀ तो ਟੁੱਟੀਆਂ आगे ਨੇ, में तो यही हो रहा था, ਜਿਹੜੀ ਟੁੱਟੀਆਂ ਨੇ, मेरी वीडियोस नहीं देखी थी। हाँ ਜਿਹੜੀ ਟੁੱਟੀਆਂ ਨੇ ਉਹਨਾਂ ਵੱਲ ਕੋਈ ਖਿਆਲ ਹੀ ਨਹੀਂ, ਬਣੀਆਂ ਸੜਕਾਂ पहले इन्होंने क्या किया, सड़क के ऊपर टाइल्स लगा दी, पहले उस पर खर्चा किया, फिर वो टाइल्स निकल गई, बारिशें हुई, क्योंकि रेन वाटर मैनेज करने का तो होता नहीं, स्टॉर्म वाटर के लिए तो कुछ इन्होंने क्रिएट नहीं किया, और स्लोप है नहीं इनकी उसकी रोड्स की, और जैसी बारिश आती है साथ ही सब निकल जाता है, टाइल्स भी निकल गई। ये अर्बन स्टेट वाली देखी तो थी, अब बन गई है, बट आई एम वेटिंग फॉर द मॉनसून्स नाउ, इससे पहले कि मैं कुछ कमेंट कर रहा हूँ। सो और बेसिकली एक और बात, जी जी पेड़ों को इन्होंने कभी देखना, इन्होंने जहाँ जहाँ पक्का किया ना, पेड़ों के आसपास भी पक्का कर दिया। हाँ मतलब ਉਹਨਾਂ ਨੂੰ ਜਗ੍ਹਾ ਸਪੇਸ ਹੀ ਨਹੀਂ ਦੇ ਰਹੇ, ब्रीथ कैसे करेंगे वो? ਬਰੀਥ ਕਰਨਗੇ, ਹੋਰ ਗਰੋ ਕਰਨਾ ਹੋਵੇ ਤੁਸੀਂ ਕਿੱਦਾਂ, माइक्रो at least ऑर्गेनिजम्स ਤੁਸੀਂ- कैसे आएंगे उसके अंदर? एटलीस्ट ਤੁਸੀਂ Leaves 1 कहाँ 1 फीट आएंगे? ਤਾਂ 1 1 फुट ਤਾਂ जगह दो, कम से कम ਹੋਰ ग्रो होਵੇਗਾ। उसको फुट दो, उसके आसपास जाली लगाओ, जितना पत्ता उसका दिखता है उसी के अंदर डाल दो, उसको नरिशमेंट भी मिलेगी, आपके लीव्स भी मैनेज हो जाएंगे। दिस इज स्मार्ट वे ऑफ वर्किंग। स्मार्ट सिटी का नाम देने से स्मार्ट नहीं बन जाता। आपका पानी का रेन वाटर हार्वेस्टिंग शुरू करें, सरफेस वाटर लाने की जगह इनको रेन वाटर हार्वेस्टिंग पे कॉन्सेंट्रेट करना चाहिए था। कमर्शियल के लिए मैंडेटरी, गवर्नमेंट के लिए, स्कूल्स के लिए, इनके पास तो बहुत जगह होती है, 2 ਸੀਰੀਅਸਲੀ 3 बन जाता है। ਜਿੱਦਾਂ ਹੁਣ ਆਪਾਂ ਸੋਲਰ ਦੀ ਗੱਲ ਕਰਦੇ ਹਾਂ, ਸੋਲਰ ਹਾਂ। ਸਿਸਟਮ ਦੀ ਗੱਲ ਕਰਦੇ ਹਾਂ ਕਿ ਤੁਸੀਂ ਇਲੈਕਟ੍ਰਿਸਿਟੀ ਉਹਦੇ ਥਰੂ ਬਣਾਓ, ਜਿੰਨੇ ਸਰਕਾਰੀ ਅਦਾਰੇ ਨੇ, ਸਕੂਲ ਕਾਲਜਸ ਨੇ, ਸਕੂਲ ਜਿੰਨੇ ਚਾਹੇ ਬੈਂਕਸ ਨੇ, ਕਿੰਨਾ ਕੁਝ ਪ੍ਰਾਪਰਟੀ ਹੈਗੀ ਹੈ, ਉੱਥੇ ਤੁਸੀਂ ਇੱਕ ਤਾਂ ਕੰਪਲਸਰੀ ਕਰ ਦਿਓ, ਉੱਥੇ ਤੁਸੀਂ देखो, रेन यहाँ पे हार्वेस्टिंग जो कंपलसरी कर पब्लिक दो। बिल्डिंग्स जो होती है ना, उसमें लगाना इज सेंसिबल रादर देन घरों में लगाना। हाँ। क्यों? क्योंकि जब आपने सोलर पैनल्स लगाने, तो उसके लिए भी तो फॉसिल फ्यूल्स एक्सट्रैक्ट कर रहे हैं। हम्म। हर एक घर में अगर आप लगाओगे पैनल, पहले तो जॉइंट फैमिलीज होती थी, घर कम होते थे, अब तो घर भी बढ़ गए उस हिसाब से। उतने सोलर पैनल लगाओगे, उतने फॉसिल फ्यूल्स एक्सट्रैक्ट करोगे, उतनी प्रॉब्लम बढ़ेगी। हमारी प्रॉब्लम अगर ग्लोबल वार्मिंग आ रही है तो फॉसिल फ्यूल एक्सट्रैक्शन करके सबसे ज़्यादा है। लैंड पे आपने खत्म कर दिया, आप ओशन की तरफ टारगेट कर रहे हो, तो इससे तो हमारे सोल्यूशन थोड़ा निकलेंगे, ये तो हम और प्रॉब्लम में डाल रहे हैं। सो अगर ट्रांसपोर्टेशन, अगर हम ईवी गाड़ियों की बात करते हैं, तो पब्लिक ट्रांसपोर्ट अगर ईवी हो तो वो बेटर है। बेटर है सीरियसली। एक एक कार अगर ईवी एक एक बंदा ही भी फिर तो मुश्किल है। फिर तो आपको आप जैसे track करोगे। चंडीगढ़ में सारी जो बसेस है, सारी की मैक्सिमम जो बसेस है, अब वो ईवी है। और हिमाचल नई स्टेट ने पूरा वादा किया अपने सिटीजन को कि विद इन फ्यू इयर्स वो पूरी स्टेट जो है वो मतलब इलेक्ट्रिकल व्हीकल के साथ चलेगी, प्लस उसको ग्रीन स्टेट बनाएंगे। बट अगर एक एक जना एक हाँ, नहीं, वो solution नहीं रहेगा। सॉल्यूशन, वो तो प्रॉब्लम इन मेकिंग हो जाएगा, क्योंकि बाद में बैटरीज आपने कहाँ पे उसको भेजना है। ਮੈਂ ਆਪਣੇ ਦੇਖਣ ਵਾਲਿਆਂ ਨੂੰ ਦੱਸ ਦਵਾਂ ਕਿ ਅਸੀਂ ਨਾ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰ ਰਹੇ ਹਾਂ, ਪਰ ਮੁੱਦੇ ਸਾਰੇ ਆਪਸ ਵਿੱਚ ਇੰਟਰਕਨੈਕਟਡ ਹੈ ਕਿ ਕਿਵੇਂ ਅਸੀਂ ਆਪਣੀ ਮਦਰ ਅਰਥ ਨੂੰ ਬਚਾਈਏ, क्योंकि अर्थ चाहे हवा, पानी, मिट्टी, तीनों ਨੂੰ बचाइए। इट्स लाइक हमारी जैसे बॉडी है ना, ऑर्गन्स अलग अलग हैं, पर सारों का इकट्ठे काम करेंगे, वो इकट्ठे काम करेंगे तो बॉडी एक हेल्दी तरीके से चलेगी, फिट रहेगी। एक भी ऑर्गन अगर नहीं ठीक रहेगा, डिसबैलेंस रहेगा, बीमार रहेगा, तो हमारी पूरी बॉडी सफ़र करेगी। इट्स लाइक दैट। अगर आपका सॉइल सफ़र कर रहा है, वाटर सफ़र, एयर सफ़र कर रही है, आपकी फॉसिल फ्यूल सफ़र कर रहे हैं, तो ऑब्वियसली कुछ ना कुछ तो होगा ही ना अर्थ को। सिमिलरली अगर सारी पूरी बॉडी ਵਿੱਚ ਅਗਰ ਇੱਕ ਵੀ ਚੀਜ਼ ਗਲਤ ਹੈ, ਚਾਹੇ ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਪੂਰੀ ਬੋਡੀ ਵੀ 네ਗੇਟਿਵ ਹੋ ਜਾਂਦੀ ਹੈ, ਤੁਸੀਂ ਖੁਸ਼ ਨਹੀਂ ਰਹਿ ਪਾਉਂਦੇ। तो नेचुरली ਤੁਸੀਂ ਅਗਰ ਆਪਣੇ এনवायरमेंट ਨੂੰ ਸਹੀ ਨਹੀਂ ਰੱਖੋਗੇ ਤਾਂ ਬਹੁਤ ਸਾਰੀਆਂ बहुत स्ट्रेस है आजकल, बहुत सीरियस है ना। हमें भी, हम बैठे बैठे ऐसे स्ट्रेस्ड ही रहते हैं, कुछ करने का दिल नहीं करता। अब गर्मी इतनी हो गई है, 3 ਮਹੀਨੇ ਹੋ ਗਏ ਕਿ ਇੰਟਰਵਿਊ ਦੀ ਗੱਲ ਕਿਤੇ ਅੱਜ ਕਰਨ ਆਏ ਆ। 3 महीने ज्यादा हो ਜ਼ਿਆਦਾ ਹੋ गए, ਗਏ, ਜ਼ਿਆਦਾ ਹੋ ਗਏ। 6-7 महीने। ਅੱਛਾ, ਅੱਜ ਤਾਂ ਆਪਾਂ ਨਾ ਓਪਨ ਟਾਕ ਕੀਤੇ ਹੈ, हाँ, ਜਿਹਦੇ ਵਿੱਚ ਆਪਾਂ ਸਪੈਸਿਫਿਕ ਟੌਪਿਕ ਤੇ ਨਹੀਂ ਰਹੇ, right। ਪਰ ਡੈਫੀਨਿਟਲੀ ਇਸ ਵੀਡੀਓ ਦੇ ਬਾਅਦ, ਇਸ ਨੂੰ ਪਬਲਿਸ਼ ਕਰਨ ਤੋਂ ਬਾਅਦ, ਲੋਕਾਂ ਦੇ ਰਿਵਿਊਜ਼ ਆਉਣ ਤੋਂ ਬਾਅਦ ਇੱਕ ਨੈਚੁਰਲ ਇੱਕ ਟੌਪਿਕ ਤੇ ਵੀ ਰਵਾਂਗੇ ਤੇ ਗਰਾਊਂਡ ਰਿਐਲਿਟੀ ਵੀ ਥੋੜੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। थोड़ी एक एक एग्जांपल्स करके ले लेंगे, एक बारी वाटर, एक बारी सॉइल, बट वही है ना कि सब इंटरकनेक्टेड है। मैंने शुरू किया था वाटर मैनेजमेंट से, फिर मैं वेस्ट मैनेजमेंट पे आई, क्योंकि उसके साथ ही कनेक्टेड था वो वेस्ट मैनेजमेंट। तभी अब मैं वेस्ट, अगर मैं लोगों को सेग्रीगेट करके मुझे दे जाओ और सॉइल को मल्च करके रखो, इट इज़ ऑल इंटरकनेक्टेड। क्योंकि जब आप सॉइल मल्च कर लेते हो तो आपको पानी देने की जरूरत नहीं पड़ती सॉइल को, वो वैसे ही मॉइस्ट रहता है। ਇੱਕ ਮੈਂ ਹੋਰ ਛੋਟੀ ਜਿਹੀ ਗੱਲ ਕਰਦਾ ਕਿ ਅਸੀਂ ਕਹਿੰਦੇ ਚਲੋ ਇਨਸਾਨ ਆਪਾਂ ਗੱਲਾਂ ਕਰਦੇ, ਸਾਨੂੰ ਰੱਬ ਨੇ ਦਾਤ ਬਖਸ਼ੀ ਹੈ, ਪਰ ਨਾ ਪੇੜ ਪੌਦੇ ਵੀ ਗੱਲਾਂ ਕਰਦੇ ਨੇ, ਛੋਟੇ ਛੋਟੇ ਜੀਵ ਜੰਤੂ ਵੀ ਗੱਲਾਂ ਕਰਦੇ ਨੇ, ਜਿਹੜੇ ਫਲਾਈਸ ਨੇ ਉਹ ਵੀ ਗੱਲਾਂ ਕਰਦੇ ਨੇ। ਤੇ ਉਹਦੀ ਇੱਕ ਬੜੀ ਸੋਹਣੀ ਐਗਜ਼ਾਮਪਲ ਮੈਡਮ ਨੇ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਨੇ ਕਿ ਜਿਹੜੀ ਬਟਰਫਲਾਈਸ ਨੇ ਨਾ, ਉਹ ਵੈਸੇ ਤੁਸੀਂ ਛੂਹਣ ਦੀ ਕੋਸ਼ਿਸ਼ ਕਰੋ ਤੁਹਾਡੇ ਕੋਲ ਨਹੀਂ ਆਵੇਗੀ,
ਪਰ ਮੈਡਮ ਤੇ ਬਿਲਕੁਲ ਹੱਥ ਤੇ ਵੀ ਰਹਿੰਦੀ ਹੈ, ਮੂੰਹ ਤੇ ਵੀ ਆਉਂਦੀ ਹੈ, ਕਿਉਂ? ਕਿਉਂਕਿ ਉਹਨੂੰ ਪਤਾ ਵਾ ਕਿ ਮੈਨੂੰ ਇੱਕ ਜਿਹੜਾ ਅੱਗੇ ਜਿਹੜੀ ਗਰੋਥ ਜਿਹੜੀ ਮਿਲ ਰਹੀ ਹੈ ਉਹ ਮੈਡਮ और अब एग्स है मेरे पास और हाँ बटरफ्लाई ले करके गई मेरे सामने ਕਿ ਨਾ ਨੈਚੁਰਲੀ ਦੇਖੋ ਉਹਨੂੰ ਵਿਸ਼ਵਾਸ ਹੈ ਕਿ ਹਾਂ विश्वास- ਵੀ ਆ trust है। ਇਹ ਮੇਰਾ ਜਿਹੜੇ ਮੇਰੇ ਐਕਸ ਨੇ ਉਸ ਨੂੰ ਸਹੀ ਤਰ੍ਹਾਂ ਰੱਖਣਗੇ ਐਂਡ ਉਸ ਤੋਂ ਬਾਅਦ ਜਿਹੜੇ ਬੱਚੇ ਵੀ ਹੋਣਗੇ ਉਹਨਾਂ ਨੂੰ ਸਹੀ और ਤਰ੍ਹਾਂ मैंने सबको बोल के रखा हो कि कड़ी पत्ते को हाथ नहीं लगाना हाँ। क्योंकि उसके ऊपर बहुत सारे एग्स हैं और पता नहीं कहाँ कहाँ पर देखी गई जो मैंने देखे वो तो मुझे पता ही है हम्म। उसके अलावा कितने सारे हैं ਸੋ ਬੜਾ ਤੁਸੀਂ ਜਿੰਨਾ ਜ਼ਿਆਦਾ ਕੁਦਰਤ ਨੂੰ ਪਿਆਰ ਕਰੋਗੇ ਨਾ ਕੁਦਰਤ ਉਸ ਤੋਂ ਕਈ ਗੁਣਾ ਜ਼ਿਆਦਾ ਤੁਹਾਨੂੰ ਪਿਆਰ ਕਰੇਗੀ। ਸੋ ਮੈਨੂੰ ਲੱਗਦਾ ਕਿ ਅੱਜ ਦੇ ਲਈ ਆਪਾਂ ਇੰਨਾ ਰਹਿਣ ਦਿੰਦੇ ਆ। ਨੈਕਸਟ ਟਾਈਮ ਅਸੀਂ ਬਹੁਤ ਹੋਰ ਗੱਲਾਂ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਵੀ ਮਜ਼ਾ ਆਊਗਾ। ਬਾਕੀ ਇਹ ਵੀਡੀਓ ਮੈਂ ਆਪਣੇ ਚੈਨਲ ਤੇ ਪਾਵਾਂਗੇ, ਮੈਂ ਮੀਨੂ ਮੈਮ ਨੂੰ ਵੀ ਦਵਾਂਗਾ ਕਿ ਉਹ ਵੀ ਆਪਣੇ ਪੇਜ ਤੇ ਸ਼ੇਅਰ ਕਰਨ। जी ਸੋ ਥੈਂਕ ਯੂ ਸੋ ਮਚ, थैंक यू सो मच ਕੀਪ ਵਾਚਿੰਗ ਐਂਡ Bye. ਸੇਵ that's very important yes yes